ਵਾਹਿਗੁਰੂ ਸਾਹਿਬ ਜੀਓ। ਸੁਨ ਤੂਸ਼ਨ ਗੁਰ ਹੋਈ ਰਹੀ, ਕਹਿ ਔਰ ਪ੍ਰਸੰਗਾ। ਜਥਾ ਗਿਰੀਸੁਰ ਭੀਮ ਸਸ, ਮਚਵਾਇਓ ਹੋ ਜੰਗਾ। ਸੁਨ ਤੂਸ਼ਨ ਗੁਰ ਹੋਈ ਰਹੀ, ਕਹਿ ਔਰ ਪ੍ਰਸੰਗਾ। ਜਥਾ ਗਿਰੀਸੁਰ ਭੀਮ ਸਸ, ਮਚਵਾਇਓ ਹੋ ਜੰਗਾ। ਸਤਨਾਮ ਸ੍ਰੀ ਵਾਹਿਗੁਰੂ ਜੀ। ਗੋਬਿੰਦ ਸਿੰਘ ਗੁਰੂ ਗਤ ਦਾਇਕ, ਆਨ ਕੀ ਆਸ ਨਹੀਂ ਮਨ ਰਾਏ। ਚਾਤਰਕ ਚੇਤ ਮੋਹਰ ਮੋਹਰਟ, ਸਵਾਤ ਦੇਦਾਰ ਕਵੈ ਇਹੋ ਪਾਏ। ਜਿਉ ਪਤੰਗ ਨਿਉ ਕੀ ਡੋਰ ਬੱਧਾ, ਡਗ ਡੋਲ ਸੋਲਿਓ ਮਿਲਾਏ। ਸਿੰਧੂ ਤਾਸਨ ਭਵ ਕੀ ਗਤ, ਮੋਹਿ ਮਿਆ ਕਰ ਲਿਓ ਬਚਾਏ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸੱਚ ਹੋਈ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜੇ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ। ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਬਿਰਤੀਆਂ ਬਾਹਰੋਂ ਕਾਗਰ ਕਰਨ ਦੀ ਖੇਚਲ ਕਰੋ। ਭਗਤ ਵਸ਼ਲ ਪਤਤ ਪਾਵਨ ਦੀਨਾਵੰਦੋ, ਤਿੰਨੇ ਲੋਕਾਂ ਦੇ ਮਾਲਕ ਸਾਂਝੇ ਰਹਿਵਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਾਰਾਂ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ। ਦਸ਼ਮੇਸ਼ ਪਿਤਾ ਜਦੋਂ ਮਾਲਵੇ ਦੇ ਇਲਾਕੇ ਨੂੰ ਤਾਰਦਿਆਂ ਹੋਇਆਂ ਰਾਏ ਕੱਲੇ ਦੇ ਪਾਸ ਪਹੁੰਚੇ ਸਨ। ਇਹਨੇ ਵੀ ਸਤਿਗੁਰੂ ਜੀ ਦੀ ਸੇਵਾ ਕਰਨ ਵਾਸਤੇ ਮਨ ਦੇ ਵਿੱਚ ਬੜੀ ਸ਼ਰਧਾ ਭਾਵਨਾ ਧਾਰਨ ਕੀਤੀ ਹੋਈ ਹੈ। ਉਹ ਸਮੇਂ ਜਿਹੜੇ ਸੀ ਰਾਏ ਕੱਲੇ ਦੇ ਵਜ਼ੀਰ ਜ਼ਾਫਰ ਇਸ ਦੇ ਰਾਜ ਦਾ ਪ੍ਰਬੰਧ ਚਲਾਉਣ ਵਾਲੇ, ਉਹਨਾਂ ਨੇ ਆਪਣੇ ਵੱਲੋਂ ਰਾਏ ਕੱਲੇ ਦੀ ਬੜੀ ਤਾਰੀਫ ਵਡਿਆਈ ਕੀਤੀ। ਮਹਾਰਾਜ ਭਾਵੇਂ ਰਾਏ ਕੱਲਾ ਮੁਸਲਮਾਨ ਘਰਾਣੇ ਦੇ ਵਿੱਚ ਪੈਦਾ ਹੋਇਆ, ਪਰ ਇਹਨੇ ਆਪਣੀ ਜ਼ਿੰਦਗੀ ਦੇ ਅੰਦਰ ਇਹੋ ਜਿਹੇ ਸ਼ੋਭ ਗੁਣ ਵੀ ਧਾਰਨ ਕੀਤੇ ਹੋਏ ਹਨ। ਸਤ ਹੈ, ਸੰਤੋਖ ਹੈ, ਦਇਆ, ਧਰਮ ਹੈ। ਸਦਾ ਵਾਸਤੇ ਯਤੀਮਾਂ ਅਨਾਥਾਂ ਦੀ ਬੜੀ ਆਪਣੇ ਵੱਲੋਂ ਮਦਦ ਵੀ ਕਰਦੇ ਰਹਿੰਦੇ ਹਨ। ਰਾਜੇ ਚੁਲੀ ਨਿਆਵ ਕੀ, ਜਿਹੜਾ ਇੱਕ ਰਾਜੇ ਦਾ ਬਹੁਤ ਵੱਡਾ ਫਰਜ਼ ਹੋਇਆ ਕਰਦਾ ਹੈ ਵੀ ਹਮੇਸ਼ਾ ਵਾਸਤੇ ਪ੍ਰਜਾ ਦੇ ਨਾਲ ਨਿਆਂ ਕਰਨਾ। ਪਰ ਧਰਮ ਦਾ ਨਿਆਂ ਕਰਨ ਵਾਲੇ ਇਹ ਤਾਂ ਦੁਨੀਆ ਦੇ ਇਤਿਹਾਸ ਦੇ ਵਿੱਚ ਬਿਰਲੇ ਬਿਰਲੇ ਹੀ ਮਿਲਦੇ ਹਨ, ਜਿਨ੍ਹਾਂ ਨੇ ਪ੍ਰਜਾ ਨੂੰ ਆਪਣੇ ਪੁੱਤਰਾਂ ਦੇ ਸਮਾਨ ਸਮਝਿਆ ਹੋਇਆ ਸੀ। ਹਰੇਕ ਦੀ ਫਰਿਆਦ ਉਹਨਾਂ ਨੇ ਸੁਣਨੀ। ਗਰੀਬ ਹੈ,
ਅਮੀਰ ਹੈ, ਕੋਈ ਵੀ ਆ ਗਿਆ, ਹਰੇਕ ਦਾ ਦੁੱਖ ਸੁੱਖ ਉਹਨਾਂ ਨੇ ਆਪਣੇ ਕੰਨਾਂ ਦੇ ਨਾਲ ਸੁਣਨਾ। ਕਹਿਣ ਲੱਗੇ ਵੀ ਇਹੋ ਜਿਹੇ ਦੇਵੀ ਗੁਣ ਰਾਏ ਕੱਲੇ ਦੇ ਵਿੱਚ ਵੀ ਪਾਏ ਜਾਂਦੇ ਹਨ। ਜਿਹੜਾ ਤਿਹਾੜਾ ਨਾਮ ਦਾ ਬਹੁਤ ਵੱਡਾ ਪਿੰਡ, ਇਹ 3 ਪਾਸਿਆਂ ਤੋਂ ਮੱਝ ਹੈ ਔਰ ਪੁਆਧ ਹੈ। ਸਤਲੁਜ ਦਰਿਆ ਦੇ ਨਾਲ ਘਿਰਿਆ ਹੋਇਆ ਸੀ, ਪਰ ਇਹਦੇ ਵਿੱਚ ਵੱਸਦੇ ਨੇ ਬੜੇ ਜ਼ਾਲਮ ਪਾਪੀ ਬੁੱਚੜ ਲੋਕ। ਉਹ ਆਪਣੇ ਨਗਰ ਦੇ ਵਿੱਚ ਬੜੀਆਂ ਜਿਹੜੀਆਂ ਗਊਆਂ ਵੱਧ ਕਰਿਆ ਕਰਦੇ ਸੀ। ਇਹ ਖਬਰ ਰਾਏ ਕੱਲੇ ਨੂੰ ਵੀ ਮਿਲ ਗਈ। ਇੱਥੇ ਬਹੁਤ ਵੱਡਾ ਘੋਰ ਪਾਪ ਹੋ ਰਿਹਾ। ਇਹਨੇ ਉਸ ਵਕਤ ਤਿਹਾੜੇ ਪਿੰਡ ਦੇ ਲੋਕਾਂ ਨੂੰ ਚਾਰੇ ਪਾਸਿਆਂ ਤੋਂ ਪਾ ਲਿਆ ਘੇਰਾ। ਬੜਾ ਲੰਮਾ ਸਮਾਂ ਇਹਨੂੰ ਉਹਨਾਂ ਦਾ ਮੁਕਾਬਲਾ ਵੀ ਕਰਨਾ ਪਿਆ। ਬੜੀ ਮਾਇਆ, ਬੜਾ ਧਨ ਖਜ਼ਾਨੇ ਦੇ ਵਿੱਚੋਂ ਖਰਚ ਹੋ ਗਿਆ, ਪਰ ਫਿਰ ਵੀ ਰਾਏ ਕੱਲੇ ਨੇ ਜਿਹੜਾ ਆਪਣਾ ਹੌਸਲਾ ਨਹੀਂ ਸੀ ਹਾਰਿਆ ਵੀ ਕੋਈ ਗੱਲ ਨਹੀਂ, ਜੇ ਮੇਰੇ ਕੋਲੋਂ ਪਰਉਪਕਾਰ ਵਾਸਤੇ ਬੜਾ ਧਨ, ਬੜੀ ਮਾਇਆ ਖਰਚ ਹੋ ਰਹੀ ਹੈ, ਪਰ ਇਹਨਾਂ ਦੋਟਾ ਪਾਪੀਆਂ ਨੂੰ ਮੈਂ ਸੌਦਾ ਲਾ ਕਰਕੇ ਸਾਹ ਲੈਣਾ ਹੈ। ਪਰ ਸਿਆਣਿਆਂ ਨੇ ਵਿੱਚ ਵਿਚਾਲੇ ਪੈ ਕਰਕੇ ਉਸ ਸਮੇਂ ਸੰਧੀ ਕਰਵਾਈ। ਕਹਿਣ ਲੱਗੇ ਵੀ ਦੇਖੋ, ਦੋਹਾਂ ਪਾਸਿਆਂ ਤੋਂ ਆਪਣਾ ਬਿਨਾਂ ਹੀ ਲੈਣ ਦੇਣ ਤੋਂ ਕਿਤਨਾ ਜਾਨੀ ਤੇ ਮਾਲੀ ਨੁਕਸਾਨ ਹੋ ਗਿਆ। ਸੁਣ ਕਰਕੇ ਰਾਏ ਕੱਲਾ ਕਹਿਣ ਲੱਗਿਆ ਵੀ ਦੇਖੋ, ਜੇ ਤੁਸੀਂ ਆਉਣ ਵਾਲੇ ਸਮੇਂ 'ਚ ਗਊਆਂ ਜੋ ਕਤਲ ਕਰਨੀਆਂ ਬੰਦ ਕਰੋਗੇ, ਫਿਰ ਮੈਂ ਹੁਣੇ ਹੀ ਆਪਣੇ ਜਿਹੜੇ ਯੋਧੇ ਸੂਰਮੇ ਪਿੱਛੇ ਹਟਾ ਲੈਣੇ ਹਨ। ਪਰ ਤੁਹਾਡੇ ਉੱਪਰ ਤਾਂ ਮੇਰਾ ਕੋਈ ਵਿਸ਼ਵਾਸ ਨਹੀਂ ਰਿਹਾ। ਕਿਸੇ ਦੀ ਗਵਾਹੀ ਜ਼ਰੂਰ ਮੈਂ ਭਰਾਉਣੀ ਹੈ। ਉਹ ਕਹਿਣ ਲੱਗੇ ਵੀ ਆਲੇ ਦੁਆਲੇ ਪਿੰਡਾਂ ਦੇ ਲੋਕਾਂ ਨੇ ਸਾਡੀ ਕੋਈ ਆ ਕਰਕੇ ਜ਼ਮਾਨਤ ਨਹੀਂ ਦੇਣੀ। ਆ ਸਤਲੁਜ ਦਰਿਆ ਆਪਣੇ ਨੇੜੇ, ਆਪਾਂ ਵਰਨ ਦੇਵਤੇ ਤੋਂ ਗਵਾਹੀ ਭਰਾ ਲੈਂਦੇ ਹਾਂ। ਉਸ ਵਕਤ ਰਾਏ ਕੱਲਾ ਕਹਿਣ ਲੱਗਿਆ ਵੀ ਠੀਕ ਹੈ। ਕਾਗਜ਼ ਦੇ ਉੱਪਰ ਇਹਨਾਂ ਨੇ ਆਪਣੇ ਸਾਈਨ ਕਰ ਦਿੱਤੇ ਸਨ। ਹੱਥ ਦੇ ਵਿੱਚ ਜਲ ਦੀ ਜਿਵੇਂ ਚੁਲੀ ਲੈਂਦੀ ਹੈ, ਪਹਿਲੇ ਜ਼ਮਾਨਿਆਂ 'ਚ ਦਾਨ ਵਗੈਰਾ ਲੈਣ ਸਮੇਂ ਚੁਲੀ ਛੱਡੀ ਜਾਂਦੀ ਸੀ। ਇਸੇ ਤਰ੍ਹਾਂ ਤਿਹਾੜ ਨਗਰ ਦੇ ਲੋਕਾਂ ਦੇ ਪਾਸੋਂ ਰਾਏ ਕੱਲੇ ਨੇ ਵੀ ਪ੍ਰਣ ਕਰਵਾਇਆ ਵੀ ਆਉਣ ਵਾਲੇ ਸਮੇਂ 'ਚ ਕੋਈ ਵੀ ਸਾਡੇ ਪਿੰਡ 'ਚ ਗਊਆਂ ਦਾ ਕਤਲ ਨਹੀਂ ਕਰੇਗਾ। ਸਾਲ ਭਰ ਤੋਂ ਬਾਅਦ ਫਿਰ ਕਿਸੇ ਨੇ ਉਹ ਜਿਹਾ ਘੋਰ ਉਪਦਰਵ ਜਦੋਂ ਕੀਤਾ, ਪਰ ਇਹਨਾਂ ਦੋਟਾ ਜ਼ਾਲਮਾਂ ਪਾਪੀਆਂ ਨੂੰ ਵਰਨ ਦੇਵਤੇ ਨੇ ਆਪਣੇ ਆਪ ਹੀ ਸਜ਼ਾ ਭੁਗਤਾ ਦਿੱਤੀ ਸੀ। ਸਤਿਗੁਰੂ ਜੀ ਕਹਿਣ ਲੱਗੇ ਵੀ ਜਿਹੜੇ ਧਰਮ ਦੇ ਮਾਰਗ ਦੇ ਉੱਪਰ ਚੱਲਣ ਵਾਲੇ ਪ੍ਰਾਣੀ ਹਨ, ਉਹਨਾਂ ਦੀ ਤਾਂ ਫਿਰ ਲੋਕ ਪਰਲੋਕ ਦੇ ਵਿੱਚ ਸਦਾ ਵਾਸਤੇ ਰੱਖਿਆ ਹੋਇਆ ਕਰਦੀ ਹੈ। ਸਤਿਗੁਰੂ ਜੀ ਉਸ ਸਮੇਂ ਰਾਏ ਕੱਲੇ ਦੇ ਪਾਸ ਬੈਠੇ ਸਨ। ਇੱਕ ਆਪਣੇ ਮਾਹੀ ਨੂੰ ਸਰਹੰਦ ਸਾਹਿਬਜ਼ਾਦਿਆਂ ਦੀ ਖਬਰ ਲੈਣ ਵਾਸਤੇ ਭੇਜਿਆ। ਉਸ ਸਮੇਂ ਸਤਿਗੁਰੂ ਜੀ ਅਚਾਨਕ ਹੀ ਆਪਣੀ ਮੌਤ ਦੇ ਵਿੱਚ ਆ ਕਰਕੇ ਕਹਿਣ ਲੱਗੇ ਵੀ ਦਰਾਹ 'ਤੇ ਚੜ੍ਹ ਕੇ ਦੇਖੋ ਮਾਹੀ ਕਿੱਥੇ ਕ ਆ ਗਿਆ। ਸੁਣ ਕਰਕੇ ਸਾਰੇ ਪ੍ਰੇਮੀ ਬੜੇ ਹੈਰਾਨ ਹੋ ਗਏ। ਮਹਾਰਾਜ
ਇਹ 80 ਕੋਹਾਂ ਦਾ ਪੈਂਡਾ ਤੈਅ ਕਰਨਾ ਪਊਗਾ। 40 ਕੋ ਆਉਣ ਤੇ 40 ਕੋ ਜਾਣ ਦੇ ਟਾਈਮ ਤੇ ਪੈਂਦੇ ਹਨ। ਅੱਜ ਸਵੇਰੇ ਤੁਰਿਆ, ਰਾਤ ਨੂੰ ਨੇ ਵਿਚਾਰੇ ਨੇ ਆਰਾਮ ਕਰਨਾ ਹੈ ਤੇ ਕੱਲ੍ਹ ਨੂੰ ਸਾਜਰੇ ਮੁੜ ਕਰਕੇ ਆਪਣੇ ਪਾਸ ਆ ਜਾਏਗਾ। ਪਰ ਜਦੋਂ ਸਤਿਗੁਰੂ ਜੀ ਨੇ ਆਪਣੀ ਮੌਤ 'ਚ ਆ ਕਰਕੇ ਤੀਜੀ ਦਫਾ ਵਚਨ ਕੀਤਾ, ਉਸ ਸਮੇਂ ਰਾਏ ਕੱਲਾ ਕਹਿਣ ਲੱਗੇ ਵੀ ਆਪਣਾ ਕਿਹੜਾ ਜ਼ੋਰ ਲੱਗਦਾ ਹੈ, ਕਿਸੇ ਨੂੰ ਦਰਖਤ ਦੇ ਉੱਪਰ ਚਾੜ ਕਰਕੇ ਪਤਾ ਕਰ ਲੈਂਦੇ ਆ। ਜਦੋਂ ਇਹਨੇ ਆਪਣਾ ਮਾਈ ਬਹੁਤ ਉੱਚੇ ਦਰਖਤ ਦੇ ਟਾਹਣੇ ਦੇ ਉੱਪਰ ਚਾੜਿਆ, ਉਹਨੇ ਦੂਰੋਂ ਹੀ ਤੋੜ ਉੜਦੀ ਦੇ ਕਰਕੇ ਅੰਦਾਜ਼ਾ ਲਗਾ ਲਿਆ ਵੀ ਜਿਹੜਾ ਮਾਹੀ ਬੜੀ ਤੇਜ਼ੀ ਦੇ ਨਾਲ ਦੌੜਦਾ ਹੋਇਆ ਵਾਪਸ ਆ ਰਿਹਾ ਹੈ। ਇਤਿਆਦਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਨੇ, ਆਪਣੇ ਮਨਾਂ ਨੂੰ ਇਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸੁਨ ਤੂਸ਼ਨ ਗੁਰ ਹੋਈ ਰਹੀ, ਕਹਿ ਔਰ ਪ੍ਰਸੰਗਾ। ਜਦੋਂ ਮਹਾਰਾਜ ਨੇ ਦੂਸਰਾ ਵਚਨ ਕੀਤਾ, ਪਰ ਉਸ ਸਮੇਂ ਰਾਏ ਕੱਲੇ ਦੇ ਪਾਸੋਂ ਸੁਣ ਕਰਕੇ ਮਹਾਰਾਜ ਚੁੱਪ ਕਰ ਗਏ ਸਨ। ਜਥਾ ਗਿਰੇਸ਼ਵਰ ਭੀਮ ਸਸ ਮਚਵਾਇਓ ਜੰਗਾ। ਜਿਵੇਂ ਪਹਾੜੀ ਰਾਜਿਆਂ ਨੇ ਆ ਕਰਕੇ ਸਤਿਗੁਰੂ ਜੀ ਦੇ ਨਾਲ ਬਹੁਤ ਵੱਡੇ ਵੱਡੇ ਭਿਆਨਕ ਜੰਗ ਕੀਤੇ ਸਨ। ਬਾਈ ਧਾਰਨ ਕੇ ਪਤੀ ਵੱਡ ਚਮੋ ਬਟੋਰੀ। ਇਹਨਾਂ ਨੇ 22 ਧਾਰ ਰਾਜਿਆਂ ਦੀਆਂ ਬਹੁਤ ਸਾਰੀਆਂ ਫੌਜਾਂ ਵੀ ਉਹ ਇਕੱਠੀਆਂ ਕਰਕੇ ਅਨੰਦਪੁਰ ਦੇ ਉੱਪਰ ਚਾੜੀਆਂ ਸਨ। ਸਭ ਇਕੱਤਰ ਮਤ ਕੋ ਕਰੀ, ਆਏ ਹਮ ਓਰੀ। ਸਤਿਗੁਰੂ ਜੀ ਕਹਿਣ ਲੱਗੇ ਵੀ ਤਾਂ ਸਾਰੇ ਇੱਕ ਮੁੱਠ ਹੋ ਕਰਕੇ ਸਾਨੂੰ ਅਨੰਦਪੁਰ ਦੇ ਵਿੱਚੋਂ ਬਾਹਰ ਕੱਢਣਾ ਚਾਹੁੰਦੇ ਸਨ। ਦਵੈ ਕਟਕਾ ਬੀਤੀ ਬਹੁਰ ਇਤਿਆਦ ਕਹੰਤੀ। ਇਹੋ ਜਿਹੇ ਬਚਨ ਬਿਲਾਸ ਕਰਦਿਆਂ ਹੋਇਆਂ ਦੀਨ ਦੁਨੀਆ ਦੇ ਮਾਲਕ ਨੇ ਜਿਹੜੀਆਂ 2 ਘੜੀਆਂ ਹੋਰ ਬਤੀਤ ਕਰ ਦਿੱਤੀਆਂ ਸੀ। ਆਕਸ ਮਾਤਰ ਸ਼੍ਰੀ ਸਤਿਗੁਰੂ ਇਮ ਬਚਨ ਭਨੰਤੀ। ਅਚਾਨਕ ਹੀ ਆਪਣੀ ਮੌਤ ਦੇ ਵਿੱਚ ਆ ਕਰਕੇ ਫਿਰ ਸਤਿਗੁਰੂ ਜੀ ਰਾਏ ਕੱਲਾ ਵੀ ਹੈ ਤੇ ਉੱਥੇ ਬਹੁਤ ਸਾਰੇ ਨੌਕਰ ਚਾਕਰ ਪ੍ਰੇਮੀ ਪਾਸੀ ਬੈਠੇ ਸਨ। ਮਨੋਜ ਚੜਾਬੋ ਤਰੂ ਪਰ ਮਗ ਦਿਖੈ ਸੋਈ। ਸਤਿਗੁਰੂ ਜੀ ਨੇ ਹੁਕਮ ਕੀਤਾ ਵੀ ਕਿਸੇ ਨੂੰ ਦਰਖਤ ਦੇ ਉੱਪਰ ਚਾੜੋ। ਉਹਨੇ ਟਾਹਣੇ ਦੇ ਉੱਪਰ ਪਹੁੰਚ ਕਰਕੇ ਮਾਹੀ ਨੂੰ ਉਹ ਰਸਤੇ ਦੇ ਵਿੱਚ ਆਉਂਦਿਆਂ ਹੋਇਆ ਦੇਖ ਲੈਣਾ ਹੈ। ਆਬਤ ਮਾਹੀ ਕਹਿ ਨਹੀਂ ਸੁਧ ਪਾਵਹਿ ਜੋਈ। ਵੀ ਇਹੋ ਜਿਹਾ ਸਿਆਣਾ ਤੇਜ ਨਿਗਾਹ ਵਾਲਾ ਚਾੜੋ ਦਰਖਤ ਤੇ ਜਿਹੜਾ ਦੂਰੋਂ ਹੀ ਮਾਹੀ ਦੀ ਪਹਿਚਾਣ ਕਰ ਸਕਦਾ ਹੈ। ਪੁਨਹ ਰਾਏ ਕੱਲਾ ਕਹਿ ਪਹੁੰਚੋ ਭੇ ਨਾ ਸੋ। ਔਰ ਰਾਏ ਕੱਲਾ ਕਹਿਣ ਲੱਗਿਆ ਮਹਾਰਾਜ ਅਜੇ ਤਾਂ ਮਾਹੀ ਇੱਕ ਦਿਨ ਦੇ ਵਿੱਚ ਸਰਹੰਦ ਸ਼ਹਿਰ ਚੱਲ ਕਰਕੇ ਵੀ ਨਹੀਂ ਪਹੁੰਚਿਆ ਹੋਵੇਗਾ। ਕਹਾਂ ਹੋਈ ਆਗਬਨ ਅਬ ਕਿਆ ਤਰ ਪਰ ਜੋ। ਉਹ ਸਮੇਂ ਜਿਹੜੇ ਦਰਖਤ ਦੇ ਉੱਪਰ ਦੇਖਣ ਵਾਸਤੇ ਚਾੜੇ ਸੀ, ਰਾਏ ਕੱਲਾ ਉਵੇਂ ਬੇਨਤੀ ਕਰੀ ਜਾਂਦਾ ਮਹਾਰਾਜ ਅੱਜ ਸਵੇਰੇ ਤਾਂ ਆਪਾਂ ਨੇ ਮਾਹੀ ਨੂੰ ਧੋਰਿਆ ਖਬਰ ਲੈਣ ਦੇ ਲਈ, ਹੁਣ 40 ਕੋਹ ਨੇ ਦਿਨ ਭਰ ਦੇ ਵਿੱਚ ਤੈਅ ਕਰਕੇ ਸ਼ਾਮ ਤੱਕ ਸਰਹੰਦ ਸ਼ਹਿਰ ਦੇ ਵਿੱਚ ਪਹੁੰਚੇਗਾ। ਸੰਧਿਆ ਅਗਲੇ ਦਿਵਸ ਹੀ ਹੋਬਤ ਸੋ ਆਵੇ। ਸੱਚੇ ਪਾਤਸ਼ਾਹ ਵੀ ਕੱਲ੍ਹ ਨੂੰ ਜਦੋਂ ਨਾ ਇਹ ਸੂਰਜ ਦਾ ਹੋ ਗਿਆ ਛਪਾ, ਉਸ ਟਾਈਮ ਤੇ
माई अपने पास चल करके पहुंच जाएगा। थिर है न पुर अर मग बिखै तूरन ही धावै। ਉਹਨੇ ਕੋਈ ਜ਼ਿਆਦਾ ਰਾਹ ਦੇ ਵਿੱਚ ਆਰਾਮ ਵਗੈਰਾ ਵੀ ਨਹੀਂ ਕਰਨਾ ਹੈ। ਸੁਨ ਪੁਨ ਗੁਣ ਗਨ ਖਾਨ ਗੁਰ ਪਰਚੀ ਅਨ ਖਿਆਲਾ। ਇਹ ਸੁਣ ਕਰਕੇ ਮਹਾਰਾਜ ਹੋਰ ਬਚਨ ਵਿਲਾਸ ਕਰਨ ਦੇ ਵਿੱਚ ਪਰਚ ਗਏ ਸਨ। ਡੋਢ ਪਹਿਰ ਦਿਨ ਜਬ ਰਹਿਓ ਬੈਠੀ ਤਿਸ ਕਾਲਾ। ਹੁਣ ਸਰਬਾਗੰਤਰ ਜਾਮੀ ਸਤਿਗੁਰੂ ਜੀ ਨੇ ਉੱਥੇ ਹੀ ਬੈਠਿਆ ਹੋਇਆ ਜਿਹੜਾ ਡੇਢ ਪੈਰ ਦਿਨ ਬਤੀਤ ਕਰ ਦਿੱਤਾ ਸੀ। ਬਾਕ ਤੀਸਰੋ ਕਹਿਤ ਭੀ ਸਭ ਬਿਖੈ ਸੁਨਾਇਓ। ਪਰ ਜਦੋਂ ਮਹਾਰਾਜ ਨੇ ਫਿਰ ਉਸੇ ਤਰ੍ਹਾਂ ਆਪਣੀ ਮੌਤ ਦੇ ਵਿੱਚ ਆ ਕੇ ਤੀਜੀ ਦਫਾ ਇਹ ਬਚਨ ਕਰ ਦਿੱਤੇ ਸਨ। ਚੜੋ ਬ੍ਰਿਸ਼ ਮਾਹੀ ਪਿਖ ਹੋ ਆਇਓ ਕਿ ਨਾ ਆਇਓ। ਰਾਏ ਇਕੱਲਾ ਸੁਣ ਕਰਕੇ ਕਹਿਣ ਲੱਗਿਆ ਵੀ ਗੁਰੂ ਪੀਰਾਂ ਦੀਆਂ ਜਿਹੜੀਆਂ ਗੁੱਜੀਆਂ ਰਮਜਾਂ ਉਹਨਾਂ ਨੂੰ ਆਪਣੇ ਵਰਗੇ ਜਿਹੜੇ ਕਲਯੁਗੀ ਜੀਵ ਕਿਵੇਂ ਸਮਝ ਸਕਦੇ ਹਨ ਵੀ ਆਪਣਾ ਕਿਹੜਾ ਕੋਈ ਮੁੱਲ ਥੋੜ੍ਹਾ ਲੱਗਦਾ। ਕਿਸੇ ਨੂੰ ਦਰਖਤ ਦੇ ਉੱਪਰ ਚੜ੍ਹ ਕਰਕੇ ਆਪਾਂ ਨਿਗਾਹ ਮਾਰ ਲੈਨੇ ਆ। ਸੁਣ ਧਰਾਈ ਕੱਲਾ ਕਹਿ ਨਿਜ ਨਰਨ ਮਝਾਰਾ। ਉਹ ਸਮੇਂ ਸਾਰੀ ਗੱਲ ਬਾਤ ਰਾਏ ਇਕੱਲੇ ਨੇ ਆਪਣੇ ਨੌਕਰਾਂ 'ਚ ਕੀਤੀ ਸੀ। ਪੁਰਸ਼ੋਤਮ ਪੂਰਨ ਪੁਰਖ ਤ੍ਰੈ ਬਾਰ ਉਚਾਰਾ। ਕਹਿ ਲਗਾ ਵੀ ਦੇਖੋ ਜਿਹੜੇ ਗੁਰੂ ਪੀਰ ਮਹਾਤਮਾ ਇਹ ਆਪਣੀ ਰਸਨਾ ਤੋਂ 3 ਵਾਰੀ ਪ੍ਰਵਚਨ ਕਰਿਆ ਕਰਦੇ ਹਨ। ਕਹਾ ਹਮਾਰੋ ਖਰਚ ਹੋਈ ਚੜ ਤਰ ਪਰ ਹੀਰੋ। ਜੇ ਆਪਾਂ ਦਰਖਤ ਦੇ ਉੱਪਰ ਚੜ੍ਹ ਕਰਕੇ ਨਿਗਾਹ ਮਾਰ ਲਾਂਗੇ ਇਹਦੇ ਵਿੱਚ ਕਿਹੜਾ ਕੋਈ ਆਪਣਾ ਖਰਚ ਥੋੜਾ ਹੋਣ ਲੱਗਿਆ ਹੈ। ਬਚਨ ਸਾਚ ਇਨ ਕੋ ਸਦਾ ਨਿਸ਼ਚੈ ਬਹੁ ਤੇਰੋ। ਰਾਏ ਕੱਲਾ ਕਹਿ ਲੱਗਿਆ ਆਪਣੇ ਨੌਕਰਾਂ ਨੂੰ ਵੀ ਸਤਿਗੁਰੂ ਜੀ ਦੇ ਕੀਤੇ ਹੋਏ ਬਚਨ ਤਾਂ ਤਿੰਨੇ ਕਾਲਾਂ 'ਚ ਸਦਾ ਵਾਸਤੇ ਸੱਚੇ ਹੋਇਆ ਕਰਦੇ ਹਨ। ਇੱਕ ਨਰ ਤਰ ਪਰ ਤੁਰਤ ਹੀ ਕਹਿਰਾਈ ਚੜਾਇਓ। ਰਾਏ ਕੱਲੇ ਨੇ ਉਸੇ ਬਾਤ ਇੱਕ ਆਪਣਾ ਸਿਆਣਾ ਜਿਹਾ ਨੌਕਰ ਦਰਖਤ ਦੇ ਉੱਪਰ ਚਾੜ ਦਿੱਤਾ ਸੀ। ਚੜ ਕਰ ਤੁੰਗ ਸਕੰਦ ਪਰ ਸੋ ਮਗ ਦਰਸ਼ਾਇਓ। ਹੁਣ ਜਦੋਂ ਇਹਨੇ ਦਰਖਤ ਦੇ ਉੱਚੇ ਟਾਹਣੇ ਤੇ ਚੜ ਕੇ ਰਸਤੇ ਦੇ ਵੱਲ ਆਪਣੀ ਨਿਗਾਹ ਮਾਰੀ ਹੈ। ਮਾਹੀ ਆਬਤ ਦੂਰ ਤੀ ਤਿਨ ਦੇਖਨ ਕੀਨਾ। ਇਹਨੇ ਦੂਰੋਂ ਹੀ ਪਹਿਚਾਣ ਕਰ ਲਈ ਵੀ ਮਾਹੀ ਬੜੀ ਤੇਜ਼ੀ ਦੇ ਨਾਲ ਰਾਹ ਦੇ ਵਿੱਚ ਦੌੜਾ ਆ ਰਿਹਾ ਹੈ। ਬਿਸਮਾਬਤ ਬੋਲਿਓ ਤਬੈ ਆਇਓ ਮੈਂ ਚੀਨਾ। ਕਹਿ ਲੱਗਿਆ ਵੀ ਮੈਂ ਤਾਂ ਚੰਗੀ ਤਰ੍ਹਾਂ ਨਿਗਾਹ ਮਾਰ ਕੇ ਮਾਹੀ ਦੀ ਪਰਖ ਕਰ ਲਈ ਹੈ। ਨਿਕਟ ਪਹੁੰਚਿਓ ਜਬ ਲੱਗੋ ਰਹਿ ਦੇਖਤ ਸੋਹੂ। ਉਹ ਵੀ ਜਿਤਨਾ ਚਿਰ ਮਾਈ ਨੇੜੇ ਨਹੀਂ ਨਾ ਆਇਆ ਉਤਨਾ ਚਿਰ ਟਾਣੇ ਦੇ ਉੱਪਰ ਬੈਠ ਕਰਕੇ ਇਹਦੇ ਵੱਲ ਦੇਖਦਾ ਹੀ ਰਿਹਾ ਸੀ ਵੀ ਚੰਗੀ ਤਰ੍ਹਾਂ ਮੈਨੂੰ ਪਹਿਚਾਣ ਕਰ ਲੈਣ ਦਿਓ ਫਿਰ ਮੈਂ ਦੱਸ ਦੂੰ ਵੀ ਮਾਈ ਤਾਂ ਅੱਜ ਡੇਢ ਪੈਰ ਤੋਂ ਬਾਅਦ ਹੀ ਵਾਪਸ ਮੁੜ ਆਇਆ ਹੈ। ਉਤਰਿਓ ਤਰ ਪਰ ਤੀ ਤਰੀ ਸੁਣ ਕਰ ਸਭ ਕੋ। ਜ਼ਿਆਦਾ ਇਹ ਹਕੀਕਤ ਉਹਨੇ ਦਰਖਤ ਤੋਂ ਥੱਲੇ ਆ ਕੇ ਸਾਰਿਆਂ ਨੂੰ ਦੱਸ ਦਿੱਤੀ ਹੈ। ਗਮਨਿਓ ਜੋਜਨ 20 ਮਗ ਮਨ ਮਹਿ ਬਿਸਮਾਨੀ। ਦਇਆ ਕਰਕੇ ਸਾਰੇ ਮਨ ਦੇ ਵਿੱਚ ਬੜੇ ਹੈਰਾਨ ਹੋ ਗਏ ਹਨ ਵੀ ਇਹਨੇ ਤਾਂ ਸਵੇਰ ਤੋਂ ਲੈ ਕਰਕੇ ਸ਼ਾਮ ਤੱਕ ਆ ਜਿਹੜੇ 40 ਕੋ ਤੈਅ ਕਰਨੇ ਸਨ। ਕਰਾਮਾਤ ਸਾਹਿਬ ਗੁਰੂ ਅਚਰਜ ਦਿਖਰਾਈ। ਇਹ ਤਾਂ ਸਤਿਗੁਰੂ ਜੀ ਨੇ ਦੇਖੋ ਆਪਣੇ ਸਾਹਮਣੇ ਹੀ ਕੈਸੀ ਅਚਰਜ ਕਰਾਮਾਤ ਸ਼ਕਤੀ ਦਿਖਾ ਦਿੱਤੀ ਵੀ ਜਿਹੜਾ ਸੀ ਆ 2 ਦਿਨ ਦਾ ਰਸਤਾ 80 ਕੋ ਤੇ ਉਹ ਦੇਖੋ ਇਹ ਮਾਹੀ ਨੇ ਡੇਢ ਪੈਰ ਦੇ ਵਿੱਚ ਹੀ ਤੈਅ ਕਰ ਲਿਆ ਹੈ। ਇਤਨੇ ਮਹਿ ਮਾਹੀ ਆਇਓ ਕਰ ਬੰਧਨ ਬੈਸਾ। ਇਤਨੇ ਨੂੰ ਉਹ ਮਾਹੀ ਵੀ ਮਹਾਰਾਜ ਦੇ ਚਰਨਾਂ ਦੇ ਵਿੱਚ ਪਹੁੰਚ ਗਿਆ। ਬੜੀ ਭਾਵਨਾ ਦੇ ਨਾਲ ਇਹਨੇ
ਮੱਥਾ ਟੇਕਿਆ ਸੀ। कहियो सिरंद बिरतंत को देखियो तह कैसा। ਜਮੈ ਜਮੈ ਨੂੰ ਖਬਰ ਮਿਲੀ, ਉਸੇ ਤਰ੍ਹਾਂ ਕੇ ਫਿਰ ਸਰਹੰਦ ਦਾ ਜਿਹੜਾ ਸਾਕਾ ਆਪਣੇ ਵੱਲੋਂ ਦੱਸਣ ਲੱਗ ਪਿਆ। हाथ जोर कर तब कहियो जुग साहिब जादी। ਦੋਵੇਂ ਹੱਥ ਜੋੜ ਕੇ ਅਰਜ ਕਰਨ ਲੱਗਿਆ, ਇਹ ਸਤਿਗੁਰੂ ਸੱਚੇ ਪਾਤਸ਼ਾਹ ਆਪ ਦੇ ਲਾਲਾ ਨੇ ਤਾਂ ਨਿੱਕੀਆਂ ਜਿੰਦਾਂ ਵੱਡੇ ਸਾਕੇ ਕਰਕੇ ਮੁਗਲਾਂ ਪਠਾਣਾ ਤੁਰਕਾਂ ਨੂੰ ਬੜਾ ਹੈਰਾਨ ਕਰ ਦਿੱਤਾ ਹੈ। महामलेशन हत दई कर दीर्घ बादी। ਬਹੁਤ ਵੱਡਾ ਮਨ ਦੇ ਵਿੱਚ ਬਾਦ ਈਰਖਾ ਵਕੀਲੀ ਧਾਰਨ ਕਰਦਿਆਂ ਹੋਇਆਂ ਇਹਨਾਂ ਦੋਸਤਾਂ ਪਾਪੀਆਂ ਨੇ ਆਪ ਦੇ ਜਿਹੜੇ ਦੋਵੇਂ ਸਾਹਿਬਜ਼ਾਦੇ ਸ਼ਹੀਦ ਕਰ ਦਿੱਤੇ ਹਨ। पुनः राई कली कहियो बिछुरे गुर संगा। ਉਹ ਸਮੇਂ ਰਾਏ ਕੱਲਾ ਕਹਿਣ ਲੱਗਿਆ ਵੀ ਇਹ ਜਿਹੜੀ ਸਾਰੀ ਵਾਰਦਾਤ ਹੈ ਮੁੱਢ ਤੋਂ ਸੁਣਾਉਣੀ ਹੈ। ਜਿਵੇਂ ਜਿਵੇਂ ਸਤਿਗੁਰੂ ਜੀ ਦਾ ਜਿਹੜਾ ਪਰਿਵਾਰ ਸਰਸਾ ਨਾਲੇ ਤੇ ਚੱਲ ਕਰਕੇ ਵਿਛੜ ਗਿਆ ਸੀ, ਜਿੱਥੇ ਅੱਜ ਸਾਰੇ ਪ੍ਰੇਮੀ ਵਿਛੋੜਾ ਸਾਹਿਬ ਉਸ ਪਾਵਨ ਸਥਾਨ ਦੇ ਦਰਸ਼ਨ ਕਰਦੇ ਹਨ। ਇੱਥੇ ਆ ਕੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦਾ ਸਾਰਾ ਹੀ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਸੀ। तहते कित पकड़े गई किम भयो प्रसंगा। ਵੀ ਇਹ ਪ੍ਰਸੰਗ ਹੋਇਆ ਕਿਵੇਂ, ਕਿਸ ਤਰ੍ਹਾਂ ਉਹਨਾਂ ਦੋਸਤਾਂ ਪਾਪੀਆਂ ਜ਼ਾਲਮਾਂ ਨੇ ਗੁਰੂ ਕੇ ਨੰਨੇ ਨੰਨੇ ਲਾਲਾ ਨੂੰ ਗ੍ਰਿਫਤਾਰ ਕੀਤਾ ਸੀ। ਸਰਬ ਛੋੜਤੇ ਅੰਤ ਲਓ ਅਬ ਦਿਓ ਸੁਨਾਈ। ਇਹ ਜਿਹੜੀ ਵਾਰਦਾਤ ਹੈ ਮੁੱਢ ਤੋਂ ਲੈ ਕੇ ਅਖੀਰ ਤੱਕ ਬੜੇ ਵਿਸਤਾਰ ਦੇ ਨਾਲ ਸੁਣਾਉਣੀ ਹੈ। ਜਿਸ ਹਿਤ ਸ੍ਰੀ ਸਤਿਗੁਰ ਤੇਰੀ ਕਹੀਐ ਸਮਝਾਈ। ਜੈਸ ਹਕੀਕਤ ਨੂੰ ਸੁਣਨ ਦੇ ਲਈ ਦਿਲ ਹੈ। ਸਤਿਗੁਰੂ ਜੀ ਵੀ ਆਪਣੇ ਪਾਸ ਕਾਫੀ ਟਾਈਮ ਤੋਂ ਟਿਕੇ ਹੋਏ ਹਨ। ਤਬ ਮਾਹੀ ਕਰ ਬੰਦ ਕਰ ਵਿੱਚ ਸਭਾ ਉਚਾਰੀ। ਉਸ ਸਮੇਂ ਇਹ ਜਿਹੜਾ ਹੈ ਰਾਏ ਕਲੇ ਦਾ ਨੌਕਰ ਮਾਹੀ ਸਾਰਿਆਂ 'ਚ ਬੈਠ ਕਰਕੇ ਫਿਰ ਆਪਣੇ ਵੱਲੋਂ ਜਿਹੜੀ ਇਹ ਦਰਦ ਭਰੀ ਘਟਨਾ ਵਾਪਰੀ ਉਹਨੂੰ ਬੜੇ ਵਿਸਤਾਰ ਦੇ ਸਹਿਤ ਦੱਸਣ ਲੱਗਿਆ ਸੀ। ਸੁਨੋ ਪ੍ਰਭੂ ਵਿਛੜੇ ਜਬੈ ਇੱਕ ਵਿਪਰ ਅਗਾਰੀ। ਇਹ ਗਰੀਬ ਨਿਵਾਸ ਸੱਚੇ ਪਾਤਸ਼ਾਹ ਵੀ ਜਦੋਂ ਸਰਸਾ ਨਾਲੇ ਦੇ ਕਿਨਾਰੇ ਤੇ ਜਿੱਥੇ ਹੁਣ ਪੌਦੀਆਂ ਠੰਡੀਆਂ ਰਾਤਾਂ ਅਕਾਹ ਦੇ ਵਿੱਚੋਂ ਨਿੱਕੀ ਨਿੱਕੀ ਕਣੀ ਦਾ ਮੀਂਹ ਵੀ ਪੈਣ ਲੱਗ ਪਿਆ ਸੀ। ਕੁਦਰਤੀ ਤੌਰ 'ਤੇ ਇੱਕ ਠੰਡਾ ਪਾਣੀ ਇਸ ਮਹੀਨੇ 'ਚ ਜਿਹੜੀ ਸਰਦੀ ਵੀ ਬੜੇ ਜ਼ੋਰਾਂ 'ਤੇ ਪਿਆ ਕਰਦੀ ਹੈ। ਉੱਥੇ ਬਹੁਤ ਅੰਧੇਰੀ ਰਾਤ ਹੋ ਚੁੱਕੀ ਸੀ ਜਦੋਂ ਇਹੋ ਜਿਹੇ ਗਾੜੇ ਅੰਧੇਰੇ 'ਚ ਜਿਹੜਾ ਸੀ ਬਹੁਤ ਵੱਡਾ ਥਾਂ 'ਤੇ ਸਤਲੁਜ ਦਰਿਆ ਦਾ ਝੱਲ ਬਣਿਆ ਹੋਇਆ ਸੀ। ਉੱਥੋਂ ਦੀ ਫਿਰ ਜਾਗਤ ਮਾਤਾ ਗੁਜਰ ਕੌਰ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੇ ਸਮੇਤ ਹੌਲੀ ਹੌਲੀ ਇਹ ਦਰਿਆਵਾਂ ਦੇ ਝੱਲ ਦੇ ਵਿੱਚੋਂ ਦੀ ਹੁੰਦੇ ਹੋਏ ਅੱਗੇ ਨੂੰ ਜਾ ਰਹੇ ਸਨ। ਸੰਗ ਮਾਤ ਕੇ ਕਪਟ ਕਰ ਲੈ ਗਇਓ ਨਿਰਾਲਾ। ਜਿਹੜਾ ਹੈ ਗੁਰੂ ਘਰ ਦਾ ਰਸੋਈਆ ਗੰਗੂ ਬਾਹਮਣ, ਉਹਦਾ ਵੀ ਰਾਹ ਦੇ ਵਿੱਚ ਜਦੋਂ ਮਿਲਾਪ ਹੋਇਆ ਕਹਿਣ ਲੱਗਿਆ, ਮਾਤਾ ਜੀ ਤੁਸੀਂ ਮੇਰੇ ਘਰ ਦੇ ਵਿੱਚ ਚੱਲੋ, ਤੁਹਾਡੀ ਮੈਂ ਬੜੀ ਸੇਵਾ ਕਰੂੰ। ਵੀ ਜਦੋਂ ਇਹ ਜੰਗਾਂ ਯੁੱਧਾਂ ਦਾ ਚਾਰੇ ਪਾਸੇ ਸ਼ਾਂਤ ਵਾਤਾਵਰਨ ਹੋ ਜਾਊ, ਉਸ ਸਮੇਂ ਮੈਂ ਤੁਹਾਨੂੰ ਸਤਿਗੁਰੂ ਜੀ ਦੇ ਚਰਨਾਂ 'ਚ
ਪਹੁੰਚਾ ਦੇਣਾ ਹੈ। ਪਹੁੰਚਿਓ ਆਪਣੇ ਗ੍ਰਾਮ ਲਈ ਧਰ ਲੋਭ ਵਿਸਾਲਾ। ਇਹਦੇ ਮਨ ਦੇ ਵਿੱਚ ਮਾਇਆ ਦਾ ਸੋਨੇ ਦੀਆਂ ਮੋਹਰਾਂ ਦੇ ਕਰਕੇ ਬੜਾ ਲਾਲਚ, ਬੜਾ ਲੋਭ ਪੈਦਾ ਹੋ ਗਿਆ ਸੀ। ਲੋਭੀ ਜਨਤ ਨ ਜਾਣੀ, ਪੱਖ ਅਪੱਖ ਸਭ ਖਾਏ। ਕਹਿੰਦਾ ਜਿਹੜਾ ਲੋਭੀ ਪੁਰਸ਼ ਹੈ, ਨਾ ਉਹਦਾ ਕੋਈ ਗੁਰੂ, ਨਾ ਪੀਰ, ਨਾ ਕੋਈ ਮਾਂ, ਨਾ ਪਿਓ, ਨਾ ਭੈਣ, ਨਾ ਭਰਾ, ਕੋਈ ਨਹੀਂ ਹੋਇਆ ਕਰਦਾ। ਉਹਨੂੰ ਬਸ ਇੱਕ ਮਾਇਆ ਦਾ ਹੀ ਪਿਆਰ ਹੋਇਆ ਕਰਦਾ ਹੈ। ਕਬੀਰ ਦੀਨ ਗਵਾਇਆ ਦੋਨੀ ਸਿਓ, ਦੋਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣਾ ਹਾਥ। ਔਰ ਗੰਗੋ ਬ੍ਰਾਹਮਣ, ਉਹਦੇ ਮਨ ਦੇ ਵਿੱਚ ਵੀ ਸੋਨੇ ਦੀਆਂ ਮੋਹਰਾਂ ਦਾ ਬਹੁਤ ਜ਼ਿਆਦਾ ਲਾਲਚ ਪੈਦਾ ਹੋ ਗਿਆ ਸੀ। ਸਿਆੰਦਨ ਮਹਿ ਮਾਤਾ ਹੋਤੀ ਦਵੈ ਸਾਹਿਬ ਜਾਦੀ। ਉਹ ਸਮੇਂ ਰੱਥ ਤਾਂ ਇਹੋ ਜਿਹੇ ਸਮਿਆਂ 'ਚ ਕਿੱਥੇ ਲੱਭਣੇ ਸਨ। ਜੰਗਲਾਂ, ਬੀਆਵਾਨਾਂ, ਰੋਈਆਂ ਵਿੱਚੋਂ ਦੀ ਹੁੰਦੇ ਹੋਏ ਗੰਗੂ ਬ੍ਰਾਹਮਣ ਮਾਤਾ ਜੀ ਔਰ ਸਤਿਗੁਰੂ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਲੈ ਕਰਕੇ ਆਪਣੇ ਪਿੰਡ ਖੇੜੇ ਪਹੁੰਚ ਗਿਆ ਸੀ। ਇਤਿਹਾਸ ਦੇ ਵਿੱਚ ਆਉਂਦਾ ਹੈ ਵੀ ਰਸਤੇ ਦੇ ਵਿੱਚ ਜਾਂਦਿਆਂ ਹੋਇਆਂ ਮਾਤਾ ਜੀ ਨੇ ਇੱਕ ਜਿਹੜੀ ਰਾਤ ਕੰਮਾ ਮਾਸਕੀ ਦੀ ਜਿਹੜੀ ਝੌਂਪੜੀ ਜੋ ਉੱਥੇ ਆਪਣੇ ਸਤਲੁਜ ਦਰਿਆ ਦੇ ਵਿੱਚ ਬੇੜੀ ਵਗੈਰਾ ਚਲਾ ਕਰਕੇ ਗੁਜ਼ਾਰਾ ਚਲਾਇਆ ਕਰਦਾ ਸੀ। ਕੈਸੀ ਪਰਮਾਤਮਾ ਦੀ ਚਰਜ ਖੇਲ ਹੈ। ਕਿੱਥੇ ਤਾਂ ਸਤਿਗੁਰੂ ਜੀ ਦੇ ਸਾਹਿਬਜ਼ਾਦੇ ਬੜੇ ਸੋਹਣੇ ਸੁਨਹਿਰੀ ਮਹਿਲਾਂ ਦੇ ਵਿੱਚ ਰਹਿੰਦੇ ਸਨ। ਰਾਤ ਦੇ ਟਾਈਮ 'ਤੇ ਆਰਾਮ ਕਰਨ ਦੇ ਲਈ ਸੇਵਕਾਂ ਦਾਸਾਂ ਨੇ ਬੜੀਆਂ ਨਰਮ ਨਰਮ ਸਹਿਜਾਂ ਤਿਆਰ ਕਰਨੀਆਂ। ਪਰ ਅੱਜ ਇਹੋ ਜਿਹਾ ਵਕਤ ਆ ਗਿਆ ਅਤੇ ਮਾਤਾ ਜੀ ਨੇ ਜਿਹੜੀ ਕਹਿੰਦੇ ਰਾਤ ਕੰਮਾ ਮਾਸ਼ਕੀ ਦੀ ਝੌਂਪੜੀ ਦੇ ਵਿੱਚ ਪਤੀਤ ਕੀਤੀ। ਉਹ ਤੋਂ ਅੱਗੇ ਜਿਹੜਾ ਗੰਗੋ ਪੰਡਤ ਲੈ ਕਰਕੇ ਸਤਿਗੁਰੂ ਜੀ ਦੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਖੇੜੀ 'ਚ ਪਹੁੰਚ ਗਿਆ ਸੀ। ਇੱਕ ਖੱਚਰ ਇੱਕ ਦਾਸ ਤਿਹ ਦੀ ਨਾਰਨ ਲਾਦੀ। ਉਸ ਖੱਚਰ ਦੇ ਉੱਪਰ ਜਿਹੜੀਆਂ ਸੋਨੇ ਦੀਆਂ ਮੋਹਰਾਂ ਲੱਦੀਆਂ ਹੋਈਆਂ ਸਨ। ਵਿਪਰ ਉਤਾਰੇ ਸਦਨ ਮਹਿ ਸਭ ਬਸਤ ਉਤਾਰੀ। ਜਦੋਂ ਗੰਗੋ ਪੰਡਤ ਮਾਤਾ ਜੀ ਦੇ ਸਮੇਤ ਸਾਹਿਬਜ਼ਾਦਿਆਂ ਨੂੰ ਲੈ ਕਰਕੇ ਆਪਣੇ ਘਰ ਦੇ ਵਿੱਚ ਪਹੁੰਚਿਆ, ਉਹ ਜਿਹੜੀ ਸੋਨੇ ਦੀਆਂ ਮੋਹਰਾਂ ਦੇ ਨਾਲ ਭਰੀ ਹੋਈ ਇੱਕ ਸੱਚ ਉਹ ਇੱਕ ਪਾਸੇ ਰੱਖ ਦਿੱਤੀ ਹੈ। ਗ੍ਰਾਮ ਨਾਮ ਖੇੜੀ ਹੁਤੋ ਦਿਜ ਅਦਮ ਕੁਚਾਰੀ। ਇਸ ਦੇ ਮਨ ਦੇ ਵਿੱਚ ਬੜੀ ਬੇਈਮਾਨੀ ਪੈਦਾ ਹੋ ਗਈ। ਜਿਸ ਛੱਟ ਦੇ ਵਿੱਚ ਮਾਤਾ ਜੀ ਨੇ ਸੋਨੇ ਦੀਆਂ ਜਿਹੜੀਆਂ ਮੋਹਰਾਂ ਭਰੀਆਂ ਹੋਈਆਂ ਸਨ, ਕੁਛ ਕਮਸੰਦੀ ਭੀ ਕਰੀ ਇਸ ਹੇਤ ਚਿਨਾਰੀ। ਇਸ ਨੇ ਕੁਝ ਕੁ ਟਾਈਮ ਕਵੀ ਜੀ ਦੇ ਲਿਖਣ ਦੇ ਮੁਤਾਬਕ ਇਸ ਇਲਾਕੇ 'ਚ ਮਸੰਦਪਣਾ ਵੀ ਕੀਤਾ ਸੀ। ਪਰ ਕਈ ਇਤਿਹਾਸਕਾਰਾਂ ਦੀ ਵਿਚਾਰ ਹੈ ਵੀ ਕਈ ਸਾਲ ਗੰਗੋ ਬ੍ਰਾਹਮਣ ਗੁਰੂ ਘਰ ਦਾ ਲੋੜ ਖਾਂਦਾ ਰਿਹਾ। ਇਹਨੇ ਰਸੋਈ ਪਣੇ ਦੀ ਸੇਵਾ ਵੀ ਕੀਤੀ ਸੀ। ਮధుਰ ਬਾਕ ਕਹਿ ਲੈ ਗਇਓ ਧਨ ਸੰਗ ਨਿਹਾਰੀ। ਮਾਤਾ ਜੀ ਦੇ ਅੱਗੇ ਬੇਨਤੀ ਕਰਕੇ ਇਹ ਫਿਰ ਆਪਣੇ ਪਿੰਡ ਖੇੜੀ ਦੇ ਵਿੱਚ ਲੈ ਕਰਕੇ ਪਹੁੰਚ ਗਿਆ। ਖੱਚਰ ਪਰ ਖੁਰਜੀ ਤੱਕੀ ਦੀ ਨਾਰਨ ਕੇਰੀ। ਜਿਹੜੀ ਖੁਰਜੀ ਸੋਨੇ ਦੀਆਂ ਮੋਹਰਾਂ ਦੇ ਨਾਲ ਭਰੀ ਹੋਈ ਖੱਚਰ ਦੇ ਉੱਪਰ ਲੱਦੀ ਹੋਈ ਹੈ। ਬਿਸਰਾਮੇ ਬਹੁ ਥਕਤ ਭੀ ਚਲ ਬਾਟ ਬਡੇਰੀ। ਹੁਣ ਪੋ ਦੀਆਂ ਰਾਤਾਂ ਚਲਦਿਆਂ ਚਲਦਿਆਂ ਸਾਹਿਬਜ਼ਾਦੇ ਵੀ ਰਾਹ ਦੇ ਵਿੱਚ ਬੜੀ ਥਕਾਵਟ ਦੇ ਸਹਿਤ ਹੋ ਗਏ ਸਨ। ਆਂਖ ਬਚਾਈ ਉਠਾਈ ਕਰ ਲੈ ਕੇ ਘਰ ਮਾਹੀ। ਹੁਣ ਜਦੋਂ ਇਹਨੇ ਦੇਖਿਆ
ਵੀ ਮਾਤਾ ਜੀ ਤਾਂ ਮੇਰੇ ਘਰ ਦੇ ਵਿੱਚ ਆਰਾਮ ਕਰਨ ਲੱਗ ਪਏ ਹਨ। ਗੰਗੋ ਬ੍ਰਾਹਮਣ ਨੇ ਅੱਖ ਬਚਾ ਕਰਕੇ ਉਹ ਜਿਹੜੀ ਸੋਨੇ ਦੀਆਂ ਮੋਹਰਾਂ ਦੇ ਨਾਲ ਭਰੀ ਹੋਈ ਖੁਰਜੀ ਇੱਕ ਪਾਸੇ ਲੁਕਾ ਦਿੱਤੀ ਹੈ। ਦਾਬੀ ਅਵਨੀ ਕੇ ਬਿਖੈ ਜਿਮ ਜਨ ਹੈ ਨਾਹੀ। ਇਹਨੇ ਲੋਭ ਦੇ ਬਾਦੇ ਵਿੱਚ ਹੋ ਕਰਕੇ ਉਸ ਖੁਰਜੀ ਨੂੰ ਧਰਤੀ ਦੇ ਥੱਲੇ ਕਾਫੀ ਟੋਆ ਪਟ ਕਰਕੇ ਦਬਾ ਦਿੱਤਾ ਸੀ। ਕੇਤਕ ਬੇਰ ਮਹਿ ਆਨ ਕਰ ਬੋਲਿਓ ਦਿਜ ਪਾਪੀ। ਇਹ ਦੋਸ਼ਟ ਪਾਪੀ ਕੁਝ ਕੁ ਟਾਈਮ ਤੋਂ ਬਾਅਦ ਆ ਕਰਕੇ ਫਿਰ ਮਾਤਾ ਜੀ ਨੂੰ ਕਹਿਣ ਲੱਗਿਆ ਸੀ, ਲੋਕ ਗ੍ਰਾਮ ਕੇ ਚੋਰ ਹੈ ਸੁਚਤੀ ਰਖ ਆਪੀ। ਇਹ ਮਾਤਾ ਜੀ ਵੀ ਦੇਖੋ ਆ ਖੇੜੀ ਪਿੰਡ ਦੇ ਵਿੱਚ ਬੜੇ ਜਿਹੜੇ ਚੋਰ ਲੋਕ ਬਸਦੇ ਹਨ, ਇਹਨਾਂ ਤੋਂ ਤੁਸੀਂ ਆਪਣਾ ਜਿਹੜਾ ਕੀਮਤੀ ਸਮਾਨ ਪਹਿਲਾਂ ਹੀ ਬਚਾ ਕਰਕੇ ਰੱਖਣਾ ਹੈ। ਕੋਈ ਪਤਾ ਨਹੀਂ ਕਿਹੜੇ ਵੇਲੇ ਆ ਕਰਕੇ ਇਹ ਚੋਰੀ ਕਰ ਸਕਦੇ ਹਨ। ਬਸਤ ਸੰਭਾਰੋ ਆਪਣੀ ਮੈਂ ਪਾਖ ਸੁਣਾਵੋ। ਮੈਂ ਆਪ ਜੀ ਨੂੰ ਇਹ ਬੇਨਤੀ ਪਹਿਲਾਂ ਹੀ ਕਰ ਦਿੱਤੀ ਹੈ, ਜੋ ਵੀ ਕੀਮਤੀਆਂ ਵਸਤੂਆਂ ਇਹ ਆਪਨੇ ਸੰਭਾਲ ਕਰਕੇ ਰੱਖਣੀਆਂ ਹਨ। ਦੋਸ਼ ਨਾ ਦੀਜੈ ਮੋਹਿ ਕੋ ਸਭ ਭੇਦ ਬਤਾਵੋ। ਮੈਂ ਆਪਣੇ ਨਗਰ ਦਾ ਜਿਹੜਾ ਪੈਤ ਆਪ ਦੇ ਪਾਸ ਆ ਕਰਕੇ ਦੱਸ ਦਿੱਤਾ ਹੈ। ਦਾਸ ਗਇਓ ਥੋ ਬਹਿਰ ਕੋ ਸੋ ਤਿਸ ਛਿਨ ਆਇਓ। ਜਿਹੜਾ ਸੀ ਸੇਵਕ ਦਾਸ ਉਹ ਵੀ ਕੁਦਰਤੀ ਤੌਰ ਤੇ ਉਸ ਸਮੇਂ ਬਾਹਰ ਆਪਣੀ ਕੋਈ ਕਿਰਿਆ ਕਰਨ ਵਾਸਤੇ ਚਲਿਆ ਗਿਆ ਸੀ। ਤਿਮਰ ਭਏ ਤੇ ਬਸਤ ਸਭ ਸੰਭਾਰਨ ਲਾਇਓ। ਜਦੋਂ ਥੋੜਾ ਜਿਹਾ ਹੋਇਆ ਅੰਧੇਰਾ, ਮਾਤਾ ਜੀ ਕਹਿਣ ਲੱਗੇ ਬੇਟਾ ਵੀ ਆਪਣੀਆਂ ਜਿਹੜੀਆਂ ਸਾਰੀਆਂ ਚੀਜ਼ਾਂ ਤੈਂ ਸੰਭਾਲ ਕਰਕੇ ਰੱਖ ਲੈਣੀਆਂ ਹਨ। ਤਬ ਹੈ ਦਾਸ ਕਹਿ ਮਾਤ ਕੋ ਖੁਰਜੀ ਵਿੱਚ ਨਾਹੀ। ਉਹ ਸਮੇਂ ਇਹ ਜਿਹੜਾ ਸੇਵਾਦਾਰ ਨਾਲ ਚੱਲ ਕਰਕੇ ਆਇਆ ਸੀ ਕਹਿਣ ਲੱਗਿਆ ਮਾਤਾ ਜੀ ਬਾਕੀ ਤਾਂ ਚੀਜ਼ਾਂ ਆਪਣੀਆਂ ਇੱਥੇ ਹੀ ਪਈਆਂ ਹਨ, ਪਰ ਜਿਹੜੀ ਇਹ ਸੋਨੇ ਦੀਆਂ ਮੋਹਰਾਂ ਦੀ ਖੁਰਜੀ ਉਹ ਪਤਾ ਨਹੀਂ ਕਿੱਥੇ ਲੋਪ ਹੋ ਗਈ ਹੈ। ਬਸਤਰ ਯਾਦ ਸਭ ਹੈ ਧਰੇ ਮਾਤਾ ਸੁਨ ਪਰਾਹੀ। ਜਦੋਂ ਦੱਸਿਆ ਵੀ ਹੋਰ ਆਪਣੀਆਂ ਵਸਤੂਆਂ ਸਾਰੀਆਂ ਸਹੀ ਸਲਾਮਤ ਪਈਆਂ ਹਨ। ਦਿਜ ਘਰ ਮਹਿ ਕੋ ਅਪਰ ਨਹਿ ਹਮ ਹੈ ਕੈ ਸੋ। ਉਹ ਸਮੇਂ ਮਾਤਾ ਜੀ ਕਹਿ ਲਗੇ ਵੀ ਇਹ ਆਪਣਾ ਹੀ ਸੇਵਕ ਦਾਸ ਹੈ, ਕੋਈ ਗੱਲ ਨਹੀਂ, ਇਹਨੇ ਆ ਜਿਹੜੀ ਸੋਨੇ ਦੀਆਂ ਮੋਹਰਾਂ ਵਾਲੀ ਖੁਰਜੀ ਘਰ ਦੇ ਵਿੱਚ ਸੰਭਾਲ ਕਰਕੇ ਰੱਖ ਲਈ ਹੋਏਗੀ। ਧਰੀ ਹੋਏਗੀ ਬੂਝ ਤਿਹ ਅੰਤਰਗਤ ਹੋਊ। ਹੁਣ ਇਸ ਤੋਂ ਬਿਨਾ ਕੋਈ ਵੀ ਦੂਜਾ ਪ੍ਰਾਣੀ ਘਰ ਦੇ ਵਿੱਚ ਚੱਲ ਕਰਕੇ ਨਹੀਂ ਆਇਆ ਹੈ। ਸੁਨ ਕੇ ਬੂਝਿਓ ਦਾਸ ਦਿਜ ਖੁਰਜੀ ਤੈ ਲੀਨੀ। ਹੁਣ ਉਹਨੇ ਤਾਂ ਸੁਭਾਵਿਕ ਹੀ ਜਾ ਕਰਕੇ ਪੁੱਛਿਆ ਗੰਗੋ ਬ੍ਰਾਹਮਣ ਨੂੰ ਵੀ ਆ ਜਿਹੜੀ ਸੋਨੇ ਦੀਆਂ ਮੋਹਰਾਂ ਵਾਲੀ ਖੁਰਜੀ ਤੈਂ ਸੰਭਾਲ ਕਰਕੇ ਰੱਖ ਲਈ ਹੈ। ਹੀਤ ਸੰਭਾਰਨ ਕੇ ਧਰੀ ਅੰਤਰਗਤ ਕੀਨੀ। ਵੀ ਕੋਈ ਗੱਲ ਨਹੀਂ, ਜੇ ਤੈਂ ਸੋਨੇ ਦੀਆਂ ਮੋਹਰਾਂ ਆਪਣੇ ਘਰ ਦੇ ਵਿੱਚ ਸੰਭਾਲ ਲਈਆਂ ਹਨ। ਸੁਣ ਤ ਦਿਜਾ ਤਮ ਕੁਮਤ ਮਨ ਉੱਚੀ ਤੁਨ ਪਾਖੀ। ਸੋਣ ਅਨੁਸਾਰ ਇਹ ਤਾਂ ਚਾਰੇ ਪੈਰ ਚਾਕੇ ਪਿਆ। ਦੋਟ ਪਾਪੀ ਉਸੇ ਬਾਤ ਬੜਾ ਰੌਲਾ ਵੀ ਪਾਉਣ ਲੱਗ ਪਿਆ ਸੀ। ਇਹ ਮੁਝ ਕੋ ਗੁਣ ਤੁਮ ਕਰਿਓ ਮਰਤੀ ਮੈਂ ਰਾਖੀ। ਕਹਿ ਲੱਗਾ ਵੀ ਮੈਂ ਆਪਣੀ ਜਾਨ ਹੋਲ ਕਰਕੇ ਮਸਾਂ ਆਪਣੇ ਘਰ ਦੇ ਵਿੱਚ ਤੁਹਾਨੂੰ ਲਿਆਂਦਾ ਹੈ, ਤੁਸੀਂ ਤਾਂ ਹੁਣ ਹੀ ਮੇਰੇ ਉੱਪਰ ਦੇਖੋ ਚੋਰੀਆਂ ਦੇ ਕਿਤਨੇ ਵੱਡੇ ਇਲਜ਼ਾਮ ਲਗਾਉਣ ਲੱਗ ਪਏ ਹੋ। ਪਤਸ਼ਾਹੀ ਨਵ ਰੰਗ ਕੀ ਨਹ ਦੂਸ਼ਣ ਲਾਵੋ। ਦੇਖੋ ਬਾਦਸ਼ਾਹ ਔਰੰਗਜ਼ੇਬ ਬੜਾ ਬਾਦੀ ਹੈ, ਇਹ ਤਾਂ ਬੜਾ ਜ਼ਾਲਮ ਹੈ। ਜੇ ਪਤਾ ਲੱਗ ਗਿਆ ਉਹਦੇ ਸਿਪਾਹੀਆਂ ਨੇ ਮੈਨੂੰ ਆ ਕਰਕੇ ਪਕੜ ਲੈਣਾ ਹੈ। ਆਨ ਗਹਿੰਗੇ ਤੁਰਤ ਹੀ ਮੁਝ ਚੋਰ ਬਣਾਵੋ। ਤੁਸੀਂ ਤਾਂ
ਮੈਨੂੰ ਘਰ ਦੇ ਵਿੱਚ ਆਉਣ ਸਾਰ ਚੋਰ ਬਣਾਉਣ ਲੱਗ ਪਏ ਹੋ। क्या पल आगे करहोगे मैं जियत बचाई। ਮੈਂ ਮਸਾਂ ਮਸਾਂ ਤੁਹਾਡੀਆਂ ਜਾਨਾਂ ਬਚਾਈਆਂ ਹਨ ਤੇ ਆਉਣ ਸਾਰਾ ਸੇਵਾ ਦਾ ਫਲ ਮੈਨੂੰ ਤੁਸੀਂ ਚੰਗਾ ਦਿੱਤਾ ਹੈ। अब मुझको इतबार नह निकसहो उतलाई। ਉਸ ਸਮੇਂ ਦੁਸ਼ਟ ਪਾਪੀ ਉਹਨਾਂ ਸੋਨੇ ਦੀਆਂ ਮੋਹਰਾਂ ਨੂੰ ਪਹੁੰਚਾਉਣ ਦੇ ਲਈ ਬੜਾ ਰੌਲਾ ਪਾਉਣ ਲੱਗ ਪਿਆ ਸੀ। सुन है जे नर गुरमत है इन घर मह राखी। ਕਹਿ ਲੱਗਿਆ ਵੀ ਜੇ ਕਿਤੇ ਆਲੇ ਦੁਆਲੇ ਤੁਰਕਾਂ ਮੁਗਲਾਂ ਪਠਾਣਾਂ ਨੂੰ ਲੱਗ ਗਿਆ ਪਤਾ ਵੀ ਗੰਗੋ ਪੰਡਤ ਨੇ ਬਾਗੀ ਗੁਰੂ ਦੇ ਸਾਹਿਬਜ਼ਾਦੇ ਔਰ ਉਹਨਾਂ ਦੀ ਮਾਤਾ ਨੂੰ ਆਪਣੇ ਘਰ ਦੇ ਵਿੱਚ ਛੁਪਾਇਆ ਹੋਇਆ। तबै तुर्क दी कैद कर गुर पर बहु माखी। ਉਹਨਾਂ ਨੇ ਤਾਂ ਔਲ ਸਾਰ ਪਕੜ ਕਰਕੇ ਮੈਨੂੰ ਕੈਦ ਦੇ ਵਿੱਚ ਬੰਦ ਕਰ ਦੇਣਾ ਹੈ। तुब नंदन मारी घनी नह करी भलाई। ਕਹਿ ਲੱਗਿਆ ਮਾਤਾ ਜੀ ਦੇਖੋ ਸਤਿਗੁਰੂ ਜੀ ਨੇ ਵੀ ਬੜੇ ਲੱਖਾਂ ਦੀ ਗਿਣਤੀ ਦੇ ਵਿੱਚ ਤੁਰਕ ਮੁਗਲ ਪਠਾਨ ਨਾਸ ਕੀਤੇ ਹਨ। जीत्यो चह बादशाह सो नित तुम उठाई। ਹੁਣ ਬੜੀਆਂ ਅਜੋ ਗੱਲਾਂ ਇਹ ਲੋਭ ਦੇ ਵਾਦੇ ਵਿੱਚ ਹੋ ਕਰਕੇ ਆਪਣੇ ਵੱਲੋਂ ਕਹਿ ਲੱਗ ਪਿਆ ਸੀ ਵੀ ਗੁਰੂ ਜੀ ਤਾਂ ਹਿੰਦੁਸਤਾਨ ਦੇ ਮਾਲਕ ਨੂੰ ਜਿੱਤਣਾ ਚਾਹੁੰਦੇ ਸਨ। मैं जो उतारे आन घर लायस तो चोरी। ਜੇ ਮੈਂ ਤੁਹਾਨੂੰ ਘਰ ਦੇ ਵਿੱਚ ਉਤਾਰਾ ਕਰਵਾ ਵੀ ਦਿੱਤਾ ਤੇ ਤੁਸੀਂ ਆਉਣ ਸਾਰ ਆ ਮੇਰੇ ਉੱਪਰ ਚੋਰੀ ਕਰਨ ਦਾ ਕਿਤਨਾ ਵੱਡਾ ਦੋਸ਼ ਮੜ ਦਿੱਤਾ ਹੈ। क्यों ना जाहो जित को चाहो अब लो बित थोड़ी। ਕਹਿ ਲੱਗਿਆ ਜੇ ਤਾਂ ਮੇਰੇ ਘਰ ਦੇ ਵਿੱਚ ਆਇਆ ਹੋਇਆਂ ਨੂੰ ਥੋੜਾ ਹੀ ਟਾਈਮ ਲੰਘਿਆ ਨਾ ਉਸ ਵਕਤ ਸਤਿਗੁਰੂ ਸੱਚੇ ਪਾਤਸ਼ਾਹ ਦੇ ਲਾਲ ਔਰ ਮਾਤਾ ਜੀ ਨੂੰ ਕਹਿਣ ਲੱਗਿਆ ਵੀ ਹੁਣੇ ਮੇਰੇ ਘਰ ਦੇ ਵਿੱਚੋਂ ਤੁਸੀਂ ਬਾਹਰ ਨਿਕਲ ਜਾਓ, ਮੈਂ ਨਹੀਂ ਆਪਣੇ ਘਰ ਦੇ ਵਿੱਚ ਤੁਹਾਨੂੰ ਰੱਖ ਸਕਦਾ ਹਾਂ। ऊंची धुन ते बोल भा बहु नर न सुनावे। ਹੁਣ ਲੋਕਾਂ ਨੂੰ ਇਹ ਗੱਲ ਸੁਣਾਉਣ ਵਾਸਤੇ ਤਾਂ ਬਾਹਰ ਨਿਕਲ ਕੇ ਉੱਚੀ ਉੱਚੀ ਬੋਲਣ ਲੱਗ ਪਿਆ ਸੀ। पौत्र संग ले मात गुर कित डरत पलावे। ਉਹ ਸਮੇਂ ਮਾਤਾ ਜੀ ਨੇ ਬਥੇਰਾ ਸਮਝਾਇਆ ਵੀ ਮਾਇਆ ਦੀ ਕੋਈ ਗੱਲ ਨਹੀਂ, ਜਦੋਂ ਮੇਰਾ ਲਾਲ ਮਿਲ ਗਿਆ ਮੈਂ ਹੋਰ ਤੈਨੂੰ ਬਥੇਰੀ ਮਾਇਆ ਦਵਾ ਦੇਵਾਂਗੀ, ਪਰ ਕਾਹਨੂੰ ਇਸ ਦੁਸ਼ਟ ਪਾਪੀ ਦੇ ਅੰਦਰ ਇਹੋ ਜਿਹਾ ਘੋਰ ਜ਼ੁਲਮ ਕਿਵੇਂ ਪਚਦਾ ਸੀ। तो खोर नह रह सकियो चह द्यों गहाई। ਹੁਣ ਇਹ ਸਤਿਗੁਰੂ ਜੀ ਦੇ ਲਾਲਾਂ ਨੂੰ ਇਹਨਾਂ ਤੁਰਕਾਂ ਮੁਗਲਾਂ ਪਠਾਣਾਂ ਦੇ ਪਾਸ ਪਕੜਾਉਣਾ ਚਾਹੁੰਦਾ ਹੈ। सब दिन नारन को रखो को नह लखाई। ਸੋਚਿਆ ਵੀ ਜਦੋਂ ਗੁਰੂ ਕੇ ਲਾਲ ਗ੍ਰਿਫਤਾਰ ਹੋ ਗਏ ਉਹ ਸੋਨਾ ਦੀਆਂ ਮੋਹਰਾਂ ਦੀ ਭਰੀ ਹੋਈ ਜਿਹੜੀ ਖੁਰਜੀ ਹੈ ਮੇਰੇ ਘਰ ਦੇ ਵਿੱਚ ਰਹਿ ਜੂ, ਇਹਦੇ ਨਾਲ ਮੇਰੀਆਂ ਜਿਹੜੀਆਂ ਆਉਣ ਵਾਲੀਆਂ ਪੋਸਤਾਂ ਨੇ ਉਹਨਾਂ ਦਾ ਵੀ ਬੜਾ ਖੁੱਲਾ ਡੁੱਲਾ ਗੁਜ਼ਾਰਾ ਚਲੀ ਜਾਣਾ ਹੈ। ऊंचे बोलत ग्राम मह गमन्यो सहसाई। ਹੁਣ ਇਹ ਦੁਸ਼ਟ ਪਾਪੀ ਉੱਚੀ ਉੱਚੀ ਰੌਲਾ ਪਾਉਂਦਾ ਹੋਇਆ ਪਿੰਡ ਦਾ ਜਿਹੜਾ ਚੌਧਰੀ ਸੀ ਉਹਦੇ ਪਾਸ ਚਲਿਆ ਗਿਆ। जहाँ चौधरी को सदना तह जाई जनाई। ਉਸ ਚੌਧਰੀ ਦੇ ਪਾਸ ਜਾ ਕਰਕੇ ਸਾਰੀ ਗੱਲਬਾਤ ਗੋਗੋ ਬ੍ਰਾਹਮਣ ਦੁਸ਼ਟ ਪਾਪੀ ਨੇ ਆਪਣੇ ਵੱਲੋਂ ਕੀਤੀ ਹੈ। तिसको लेकर संग मह गिनती इमकीनी। ਦੋਵਾਂ ਨੇ ਰਲ ਮਿਲ ਕਰਕੇ ਸਲਾਹ ਕੀਤੀ ਵੀ ਆਪਾਂ ਇਹ ਜਿਹੜੀ ਤਲਾਹ ਮਰੰਡੇ ਥਾਣੇ ਦੇ ਵਿੱਚ ਦੇ ਦਿੰਦੇ ਹਾਂ। चलो बताव है मोरिंडे सब भीव जो चीनी। ਜਿਵੇਂ ਜਿਵੇਂ ਇਹਨਾਂ ਦੇ ਮਨ ਦੇ ਵਿੱਚ ਬੜੀ ਬਦੀ ਤੇ ਬੜੀ ਇਹੋ ਜਿਹੀ
ਬੇਈਮਾਨੀ ਪੈਦਾ ਹੋਈ ਚੌਧਰੀ ਦੇ ਨਾਲ ਰਲ ਮਿਲ ਕਰਕੇ ਫਿਰ ਅੱਗੇ ਮੋਰਿੰਡੇ ਥਾਣੇ ਦੇ ਵਿੱਚ ਆਪਣੇ ਵੱਲੋਂ ਤਲਾਹ ਦੇਣੀ ਚਾਹੁੰਦੇ ਹਨ। ਲੇ ਇਨਾਮ ਧਨ ਤੁਰਕ ਤੇ ਬਹੁ ਵਡਿਆਈ। ਸੋਚਿਆ ਵੀ ਜਦੋਂ ਆਪਾਂ ਨੇ ਬਾਗੀ ਗੁਰੂ ਦੇ ਸਾਹਿਬਜ਼ਾਦਿਆਂ ਔਰ ਮਾਤਾ ਜੀ ਨੂੰ ਗ੍ਰਿਫਤਾਰ ਕਰਵਾਤਾ, ਇਹਦੇ ਇਹ ਵਜਾਨੇ ਦੇ ਵਿੱਚ ਆਪਾਂ ਨੂੰ ਬੜੇ ਇਨਾਮ ਤੇ ਥਾਂ ਥਾਂ ਤੇ ਆਪਣੀ ਵਡਿਆਈ ਹੋਣ ਲੱਗ ਜਾਣੀ ਹੈ। ਗੁਰ ਅਰ ਕੀ ਮਾਤਾ ਤਨੁਜ ਗਹਿ ਕੈ ਹਰ ਖਾਈ। ਉਹ ਸਮੇਂ ਜਦੋਂ ਤੁਰਕਾਂ ਮੁਗਲਾਂ ਪਠਾਨਾਂ ਨੇ ਸਤਿਗੁਰੂ ਜੀ ਦੀ ਮਾਤਾ ਔਰ ਸਾਹਿਬਜ਼ਾਦੇ ਨੂੰ ਆ ਕੇ ਇੱਥੋਂ ਪਕੜ ਲੈਣਾ ਹੈ। ਇਮ ਸਲਾਹ ਦੋਨੋਂ ਕਰੀ ਤੂਰਨ ਤਬ ਧਾਈ। ਹੁਣ ਦੋਨਾਂ ਨੇ ਸਲਾਹ ਪੱਕੀ ਕਰ ਲਈ ਤੇ ਫਿਰ ਸਿੱਧੇ ਮੋਰਿੰਡੇ ਥਾਣੇ ਦੇ ਵੱਲ ਤੁਰ ਪਏ ਹਨ। ਤਹ ਸੈਨਾ ਕੁਛ ਤੁਰਕ ਕੀ ਖੋਜਨ ਹਿਤ ਆਈ। ਜਦੋਂ ਥਾਣੇ ਦੇ ਵਿੱਚ ਸਾਰੀ ਹਕੀਕਤ ਜਿਹੜੇ ਸੀ ਉਤੇ ਜਾਨੀ ਖਾਨ ਤੇ ਮਾਨੀ ਖਾਨ ਇਹਨਾਂ ਦੇ ਕੰਨ ਦੇ ਵਿੱਚ ਪਾ ਦਿੱਤੀ ਸੀ। ਗ੍ਰਾਮ ਮੋਰੰਡੇ ਪਹੁੰਚ ਕੇ ਦੋਨੋਂ ਅਗਵੰਤੇ। ਬੜੇ ਦੋਸਤ ਪਾਪੀ ਦੋਵੇਂ ਇਕੱਠੇ ਹੋ ਕਰਕੇ ਫਿਰ ਮੋਰਿੰਡੇ ਥਾਣੇਦਾਰ ਦੇ ਪਾਸ ਪਹੁੰਚ ਗਏ ਹਨ। ਸੈਨਪਤੀ ਕੇ ਨਿਕਟ ਗੀ ਹਿਤ ਕਹਿਨ ਬਿਰਤੰਤੀ। ਇਹ ਬਿਰਤਾਂਤ ਦੱਸਣ ਦੇ ਲਈ ਜਿਹੜਾ ਗੰਗੋ ਬ੍ਰਾਹਮਣ ਦੋਸਤ ਪਾਪੀ ਜਿਹੜੇ ਜਾਨੀ ਖਾਨ ਤੇ ਮਾਨੀ ਖਾਨ ਇਸ ਥਾਣੇ ਦੇ ਪ੍ਰਬੰਧਕ ਸਰਕਾਰ ਦੇ ਵੱਲੋਂ ਬਣੇ ਹੋਏ ਸਨ। ਸੁਨੋ ਮੀਆਂ ਜੀ ਬਖਸ਼ੀਏ ਕੁਛ ਹਮੈ ਇਨਾਮਾ। ਕਹਿ ਲਗੇ ਮੀਆਂ ਜੀ ਇਸ ਵਾਰਤਾ ਦੇ ਬਦਲੇ ਸਾਨੂੰ ਬੜਾ ਇਨਾਮ ਵੀ ਤੁਹਾਨੂੰ ਬਖਸ਼ਣਾ ਪਵੇਗਾ। ਗੁਰ ਕੀ ਮਾਤਾ ਪੁੱਤਰ ਦਵੈ ਲਿਆਏ ਨਿਜ ਧਾਮਾ। ਗੱਗੂ ਬ੍ਰਾਹਮਣ ਨੇ ਸਾਰੀ ਗੱਲਬਾਤ ਦੱਸੀ ਵੀ ਮੇਰੇ ਘਰ ਦੇ ਵਿੱਚ ਇਸ ਵਕਤ ਗੁਰੂ ਜੀ ਦੇ ਮਾਤਾ ਜੀ ਔਰ ਉਹਨਾਂ ਦੇ ਛੋਟੇ ਜਿਹੜੇ ਸਾਹਿਬਜ਼ਾਦੇ ਪਹੁੰਚੇ ਹੋਏ ਹਨ। ਚਲੋ ਆਪ ਗਹਿ ਲੀਜੀਏ ਨਹਿ ਦੇਰ ਕਰੀਜੈ। ਆਪ ਜਾ ਕਰਕੇ ਉਹਨਾਂ ਨੂੰ ਮੇਰੇ ਘਰ ਦੇ ਵਿੱਚੋਂ ਗ੍ਰਿਫਤਾਰ ਕਰ ਸਕਦੇ ਹੋ। ਹਜ਼ਰਤ ਟਿਗਲੇ ਪਹੁੰਚੀਏ ਤਹ ਬਖਸ਼ਿਸ਼ ਲੀਜੈ। ਜਦੋਂ ਤੁਸੀਂ ਬਾਦਸ਼ਾਹ ਔਰੰਗਜ਼ੇਬ ਦੇ ਪਾਸ ਗੁਰੂ ਜੀ ਦੇ ਲਾਲਾ ਨੂੰ ਹਾਜ਼ਰ ਕਰੋਗੇ, ਤੁਹਾਨੂੰ ਵੀ ਫਿਰ ਉੱਥੇ ਬੜੀਆਂ ਜਿਹੜੀਆਂ ਬਖਸ਼ਿਸ਼ਾਂ ਬੜੇ ਨਾਮ ਬੜੀਆਂ ਜਿਹੜੀਆਂ ਜੰਗੀਰਾਂ ਪ੍ਰਾਪਤ ਹੋ ਜਾਣੀਆਂ ਹਨ। ਹੁਣ ਜਿਸ ਪ੍ਰਕਾਰ ਜਾਨੀ ਖਾਨ ਤੇ ਮਾਨੀ ਖਾਨ ਇਹਨਾਂ ਨੇ ਆਪਣੀ ਤਿਆਰੀ ਕਰਨੀ ਹੈ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਬੜ ਭਾਗਿਆ ਗੁਰ ਸਿੱਖਾਂ ਤਾਈ ਨੇ ਹਾਲ ਕਰ ਰਹੇ ਨੇ। ਸੁਣਤ ਚਮੋ ਹੈ ਜੀਨ ਧਰ ਗਮਨੇ ਉਤਲਾਈ। ਪੋਈਏ ਪਾਇਲ ਪਾਵਤੀ ਤੂਰਨ ਚਲ ਆਈ। ਸੁਣਤ ਚਮੋ ਹੈ ਜੀਨ ਧਰ ਗਮਨੇ ਉਤਲਾਈ। ਪੋਈਏ ਪਾਇਲ ਪਾਵਤੀ ਤੂਰਨ ਚਲ ਆਈ। ਏ ਚੌਥੇ ਪਾਰ ਬ੍ਰਹਮਾ ਅਵਨਾਸੀ ਅਗਨਾਸ।